ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਸਾਥੀਓ, ਅੱਜ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਵਿੱਚ ਸਾਲ ਹੋ ਗਿਆ ਅਤੇ ਇਹਦੇ ਨਾਲ ਹੀ ਸਰਕਾਰ ਨੇ ਜਿਹੜੀ 1 ਤਰੀਕ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨੀ ਸੀ, ਉਹਦਾ ਇੱਕ ਇਹਨਾਂ ਨੂੰ ਡੰਗ ਵੀ ਮਾਰਤਾ। ਕਿਸਾਨਾਂ ਨੂੰ ਮੰਡੀਆਂ 'ਚ ਝੋਨਾ ਲੈ ਕੇ ਪਹੁੰਚ ਚੁੱਕੇ ਨੇ, ਖਰੀਦਦਾਰ ਕੋਈ ਨਹੀਂ ਹੈ ਅਤੇ CM ਸਾਹਿਬ ਵੀ ਗਏ ਹੋਏ ਨੇ। ਇਹਦੇ ਨਾਲ ਸੰਬੰਧਿਤ ਅਤੇ ਹੋਰ ਕਈ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਦਵਿੰਦਰਪਾਲ ਜੀ। ਦਵਿੰਦਰਪਾਲ ਜੀ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ। ਜਿਸ ਤਰ੍ਹਾਂ ਕਿ ਮੈਂ ਕਿਹਾ ਵੀ ਆਪਾਂ ਚਲੋ ਪਹਿਲਾਂ ਇੱਕ ਸਵਾਲ ਤੋਂ ਲੈਂਦੇ ਹਾਂ ਵੀ ਕਿਸਾਨ ਅੰਦੋਲਨ ਨੂੰ ਅੱਜ ਸਾਲ ਹੋ ਗਿਆ ਅਤੇ ਸਿੱਧੀ ਗੱਲ ਕਰੀਏ ਵੀ ਕਿਸਾਨਾਂ ਨੇ ਕੀ ਖੱਟਿਆ ਅਤੇ ਇਹਦੇ 'ਚ ਕੀ ਗਵਾਇਆ। ਜੇ ਸਪਸ਼ਟ ਤੌਰ 'ਤੇ ਦੇਖਿਆ ਜਾਵੇ, ਜਿਵੇਂ ਤੁਸੀਂ ਇੱਕ ਸਟੀਕ ਸਵਾਲ ਪੁੱਛਿਆ ਹੈਗਾ, 1 ਅਕਤੂਬਰ 2020 ਤੋਂ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਅਣਮਿੱਥੇ ਸਮੇਂ ਦਾ ਮੋਰਚਾ ਲਾਇਆ ਸੀ, ਜਿਹੜਾ ਕਿ 26 ਨਵੰਬਰ ਨੂੰ ਜਾ ਕੇ ਇਹੀ ਮੋਰਚਾ ਅਣਮਿੱਥੇ ਸਮੇਂ ਦਾ ਦਿੱਲੀ ਦੇ ਬਾਰਡਰਾਂ 'ਤੇ ਜਾ ਕੇ ਇੱਕ ਵੱਡੇ ਕਿਸਾਨ ਅੰਦੋਲਨ ਦੇ ਰੂਪ ਵਿੱਚ ਸ਼ਾਮਲ ਹੋ ਗਿਆ। ਜਿਹੜਾ ਅਸੀਂ ਖੱਟਿਆ ਅਤੇ ਗਵਾਏ ਦੀ ਗੱਲ ਕਰੀਏ, ਮੈਨੂੰ ਲੱਗਦਾ ਵੀ ਇਕੱਲੇ ਪੰਜਾਬ ਦੇ ਕਿਸਾਨਾਂ ਨੇ ਨਹੀਂ, ਮੁਲਕ ਦੇ ਕਿਸਾਨਾਂ ਨੇ ਬਹੁਤ ਵੱਡਾ ਕੁਝ ਖੱਟਿਆ ਹੈ। ਸਭ ਤੋਂ ਵੱਡਾ ਏਕਤਾ ਖੱਟੀ ਹੈ, ਜਿਹੜਾ ਸਾਰੇ ਮੁਲਕ ਦਾ ਕਿਸਾਨ ਇਕੱਠਾ ਹੋਇਆ ਹੈ। ਇੱਕ ਮਤਲਬ ਕਿ ਅਸੀਂ ਕਹਦੇ ਵੀ ਇੱਕ ਤਰ੍ਹਾਂ ਇੱਕ ਜੁੱਟ ਨੇ ਸਾਰੇ ਇਸ ਵੇਲੇ। ਦੂਜਾ ਜਿਹੜਾ ਖੱਟਿਆ ਹੈ ਇਹ ਹੈ ਵੀ ਜਿਹੜੇ ਕਿਸਾਨੀ ਮੁੱਦੇ ਆਪੋ ਆਪਣੀ ਸਟੇਟ ਦੇ ਵਿੱਚ ਕਿਸਾਨ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਲੜ ਰਹੇ ਸੀ, ਉਹ ਇੱਕ ਕੌਮੀ ਪੱਧਰ 'ਤੇ ਨਹੀਂ ਖਿੱਚ ਦਾ ਕੇਂਦਰ ਬਣੇ, ਸਗੋਂ ਕੌਮਾਂਤਰੀ ਪੱਧਰ 'ਤੇ ਖਿੱਚ ਦਾ ਕੇਂਦਰ ਬਣੇ ਨੇ। ਦੁਨੀਆ ਦੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਜਿਹੜੇ, ਚਾਹੇ ਉਹ ਅਮਰੀਕਾ ਦੇ ਹੋਣ, ਚਾਹੇ ਉਹ ਯੂਰਪ ਦੇ ਹੋਣ, ਵਾਤਾਵਰਨ ਪ੍ਰੇਮੀ ਹੋਣ, ਕਿਹੜਾ ਬੰਦਾ ਹੈ ਜਿਹਨੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਉਠਾਈ। ਇੱਕ ਇਸ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਹੈ। ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹ ਹੈ ਵੀ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਦੀ ਕੰਟੀਨਿਊਟੀ, ਉਹਨੂੰ ਲਗਾਤਾਰਤਾ ਦੇ ਵਿੱਚ ਜਾਰੀ ਰੱਖਣਾ। ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਤਕਰੀਬਨ 125 ਥਾਵਾਂ 'ਤੇ ਧਰਨੇ ਮੁਜ਼ਾਹਰੇ ਚੱਲਦੇ ਨੇ। ਅਸੀਂ ਗਿਣਤੀ ਦੇ ਵਿੱਚ ਨਾ ਜਾਈਏ, ਕਿਤੇ ਗਿਣਤੀ ਘੱਟ ਵੀ ਜਾਂਦੀ ਹੈ, ਕਿਤੇ ਵੱਧ ਵੀ ਜਾਂਦੀ ਹੈ, ਪਰ ਕੋਈ ਧਰਨਾ ਚੱਕਿਆ ਨਹੀਂ ਗਿਆ, ਕੋਈ ਧਰਨਾ ਖਤਮ ਨਹੀਂ ਹੋਇਆ। ਚਾਹੇ ਉਹ ਟੋਲ ਪਲਾਜ਼ੇ ਨੇ, ਚਾਹੇ ਉਹ ਰੇਲਵੇ ਸਟੇਸ਼ਨ ਨੇ, ਚਾਹੇ ਉਹ ਕਾਰਪੋਰੇਟ ਅਦਾਰਿਆਂ ਦੇ ਜਿਹੜੇ ਹੈ, ਕਾਰਪੋਰੇਟ ਘਰਾਣਿਆਂ ਦੇ ਕੋਈ ਬਿਜ਼ਨਸ ਦੇ ਟਿਕਾਣੇ ਨੇ, ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਜਿਹੜੇ ਹੈ ਲੀਡਰ ਨੇ, ਉਹਨਾਂ ਦੇ ਘਰਾਂ ਦੇ ਪੂਰੇ ਧਰਨੇ ਨੇ। ਉਹ ਕੰਟੀਨਿਊਟੀ ਜਿਹੜੀ ਹੈ, ਉਹ ਲਗਾਤਾਰਤਾ ਜਿਹੜੀ ਹੈ ਉਹ ਬਣੀ ਹੋਈ ਹੈਗੀ। ਅਗਲੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ, ਭਾਰਤ ਸਰਕਾਰ ਆਪਦੀ ਢੀਠਤਾਈ ਨਾਲ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਲਈ ਮੰਨੇ ਨਾ ਮੰਨੇ ਇਹ ਇੱਕ ਵੱਖਰਾ ਪਹਿਲੂ ਹੈ, ਪਰ ਰਾਜਨੀਤਿਕ ਤੌਰ 'ਤੇ ਭਾਰਤੀ ਜਨਤਾ ਪਾਰਟੀ ਨੂੰ ਅਤੇ ਉਹਦੀਆਂ ਸਹਿਯੋਗੀ ਪਾਰਟੀਆਂ ਨੂੰ ਇਹਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਡੀ ਐਗਜ਼ਾਮਪਲ, ਪੰਜਾਬ ਦੇ ਵਿੱਚ 2.5 ਦਹਾਕੇ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟਿਆ। ਉਹਦੇ ਟੁੱਟਣ ਦਾ ਕਾਰਨ ਸਿਰਫ ਅਤੇ ਸਿਰਫ ਖੇਤੀ ਕਾਨੂੰਨ ਨੇ। ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਕੋਈ ਵੱਡਾ ਜਿਹੜਾ ਅਸੀਂ ਕਹਿ ਦਈਏ ਭਾਈਵਾਲ ਖੁੱਲ੍ਹ ਕੇ ਨਿੱਤਰ ਕੇ ਸਾਹਮਣੇ ਆਇਆ, ਜਿੰਨੇ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਤੇ ਉਹਨਾਂ ਦੇ ਮੰਤਰੀ ਇਸ ਕਾਨੂੰਨ ਦੇ ਹੱਕ 'ਚ ਬੋਲਦੇ ਨੇ। ਕੋਈ ਹੋਰ ਮੁਲਕ ਦੀ ਜਿਹੜਾ ਅਸੀਂ ਕਹਿ ਦਈਏ ਵੱਡੀ ਪਾਰਟੀ ਜਿਹੜੀ ਹੈ ਉਹ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਨਹੀਂ ਬੋਲੀ। ਇਹ ਕਿਸਾਨਾਂ ਦੀ ਵੱਡੀ ਪ੍ਰਾਪਤੀ ਹੈ। ਹੋਰ ਜਿਹੜੀ ਵੱਡੀ ਪ੍ਰਾਪਤੀ ਹੈ, ਰਾਜਨੀਤਿਕ ਪਾਰਟੀਆਂ ਕਿਸਾਨ ਜਥੇਬੰਦੀਆਂ ਨੂੰ ਅਤੇ ਕਿਸਾਨਾਂ ਨੂੰ ਫੋਲੋ ਕਰ ਰਹੀਆਂ, ਉਹਨਾਂ ਦਾ ਹੁਕਮ ਮੰਨ ਰਹੀਆਂ, ਉਹਨਾਂ ਦੀ ਗੱਲ ਮੰਨ ਰਹੀਆਂ, ਉਹਨਾਂ ਦੇ ਅੰਦੋਲਨ ਨੂੰ ਸਿਜਦਾ ਕਰ ਰਹੀਆਂ ਨੇ। ਪਹਿਲਾਂ ਇਹ ਹੁੰਦਾ ਸੀ ਕਿਸਾਨ ਜਥੇਬੰਦੀਆਂ ਆਪਦੀਆਂ ਮੰਗਾਂ ਲੈ ਕੇ, ਉਹਨਾਂ ਦੇ ਚਾਹੇ ਚੋਣ ਮੈਨੀਫੈਸਟੋ ਹੋਵੇ, ਚਾਹੇ ਕੁਛ ਹੋਰ ਹੋਵੇ, ਜੋ ਵੀ ਚਾਰਟਰ ਜਿਹੜਾ ਰਾਜਨੀਤਿਕ ਪਾਰਟੀਆਂ ਬਣਾਉਂਦੀਆਂ, ਉਹਨਾਂ 'ਚ ਸ਼ਾਮਲ ਕਰਨ ਲਈ ਉਹਨਾਂ ਦੇ ਦਰ 'ਤੇ ਅਲਖ ਜਗਾਉਂਦੀਆਂ ਸੀ ਜਾਂਦੀਆਂ ਸੀ। ਹੁਣ ਦਰ 'ਤੇ ਅਲਖ ਰਾਜਨੀਤਿਕ ਪਾਰਟੀਆਂ ਜਗਾਉਂਦੀਆਂ ਨੇ। ਜਿਵੇਂ ਕਿ ਇੱਥੇ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਲੀਡਰ ਇੱਕ ਪਾਸੇ ਬੈਠੇ ਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਵੇ ਅਤੇ ਚਾਹੇ ਸੁਖਦੇਵ ਸਿੰਘ ਢੀਂਡਸਾ ਵਰਗਾ ਬਜ਼ੁਰਗ ਸਿਆਸਤਦਾਨ ਹੋਵੇ, ਉਹ ਬਾਹਰ 2-2 3-3 ਘੰਟੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਸੀ। ਇਹ ਮੈਂ ਸਮਝਦਾ ਵੀ ਇਹ ਇੱਕ ਕਿਸਾਨ ਜਥੇਬੰਦੀ ਦੀ ਜਾਂ ਕਿਸੇ ਦੀ ਨਹੀਂ ਹੈਗੀ, ਇਹ ਕਿਸਾਨਾਂ ਦੀ, ਸਮੁੱਚੇ ਕਿਸਾਨੀ ਦੀ ਇਹ ਇੱਕ ਵੱਡੀ ਜਿੱਤ ਹੈ, ਜਿਹਨੇ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਇਆ। ਸ਼ਾਂਤਮਈ ਤਰੀਕੇ ਨਾਲ ਇੱਕ ਸੂਬੇ ਦੇ ਵਿੱਚ ਕਿਸਾਨ ਅੰਦੋਲਨ ਚਲਾ ਕੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉਸ ਕਿਸਾਨ ਅੰਦੋਲਨ ਦੀ ਗੂੰਜ ਪਈ। ਸੰਸਦ ਦਾ ਜਦੋਂ ਸਮਾਗਮ ਚੱਲਦਾ ਹੈ, ਬਾਹਰ ਪੈਰਲਲ ਸੰਸਦ ਚੱਲਦੀ ਹੈ, ਉਦੋਂ ਵੀ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣਦੀ ਹੈ ਉਹ ਕਿਸਾਨੀ ਸੰਸਦ, ਕਿਉਂਕਿ ਅੰਦਰ ਤਾਂ ਖਲਾਰਾ ਹੀ ਪੈਣਾ ਸੀ, ਅੰਦਰ ਤਾਂ ਰੌਲਾ ਰੱਪਾ ਪੈਣਾ ਸੀ, ਅੰਦਰ ਤਾਂ ਸੰਸਦ ਚੱਲੀ ਹੀ ਨਹੀਂ। ਰੌਲੇ ਰੱਪੇ 'ਚ ਹੀ ਬਿੱਲ ਪਾਸ ਹੋ ਗਏ ਜਾਂ ਕੋਈ ਹੋਰ ਜਿਹੜਾ ਉਹਨਾਂ ਨੇ ਆਪਣਾ ਵਿਧਾਨਕ ਕੰਮਕਾਰ ਸੀ ਉਹ ਕਰ ਲਿਆ। ਇਸ ਲਈ ਮੈਂ ਸਮਝਦਾ ਵੀ ਜਿਹੜੀ ਆਜ਼ਾਦ ਭਾਰਤ ਦੇ ਵਿੱਚ
ਜਿੰਨੇ ਵੀ ਹੁਣ ਤੱਕ ਅੰਦੋਲਨ ਚੱਲੇ ਨੇ, ਚਾਹੇ ਉਹ ਐਮਰਜੈਂਸੀ ਦੇ ਖਿਲਾਫ ਅੰਦੋਲਨ ਸੀ ਜਾਂ ਕਿਸੇ ਤਰ੍ਹਾਂ ਦਾ ਹੋਰ ਅੰਦੋਲਨ ਸੀ, ਉਹਦੇ ਵਿੱਚ ਉਹਨਾਂ ਅੰਦੋਲਨਾਂ ਦੇ ਵਿੱਚ ਇਹ ਅੰਦੋਲਨ ਜਿਹੜਾ ਹੈ ਇਤਿਹਾਸਕ ਤੌਰ 'ਤੇ ਬੜਾ ਮਹੱਤਵਪੂਰਨ ਅੰਦੋਲਨ ਜਿਹੜਾ ਉਹ ਬਣੂਗਾ। ਜਦੋਂ ਵੀ ਹਿੰਦੁਸਤਾਨ ਦਾ ਇਤਿਹਾਸ ਲਿਖਿਆ ਜਾਊ ਤਾਂ ਜਿਹੜਾ ਸਾਲ 2020 ਤੋਂ 1 ਅਕਤੂਬਰ 2020 ਤੋਂ ਪੰਜਾਬ ਤੋਂ ਉੱਠਿਆ ਇਹ ਅੰਦੋਲਨ ਕੌਮੀ ਤੇ ਕੌਮਾਂਤਰੀ ਪੱਧਰ ਤੇ ਖਿੱਚ ਦਾ ਕੇਂਦਰ ਬਣਿਆ, ਇਹ ਇੱਕ ਇਤਿਹਾਸ ਦਾ ਸੁਨਹਿਰੀ ਪੰਨਾ ਬਣੂਗਾ। ਤੇ ਦੂਜਾ ਸਵਾਲ ਸੀ ਵੀ ਅੱਜ ਤੋਂ ਝੋਨੇ ਦੀ ਖਰੀਦ ਰਵਾਇਤ ਦੇ ਮੁਤਾਬਕ 1 ਅਕਤੂਬਰ ਤੋਂ ਹੋ ਜਾਂਦੀ ਹੈ, ਪਰ ਸਰਕਾਰ ਨੇ, ਕੇਂਦਰ ਨੇ ਐਨ ਮੌਕੇ ਤੇ ਆ ਕੇ ਵੀ ਨਮੀ ਦਾ ਰੌਲਾ ਪਾ ਕੇ ਵੀ ਮੌਸਮ ਖਰਾਬ ਸੀ, ਨਮੀ ਵੱਧ ਹੋਊਗੀ ਝੋਨੇ 'ਚ, ਉਹਨਾਂ ਨੇ 10 ਦਿਨ ਅੱਗੇ ਪਾਤੀ। ਹੁਣ ਜਿਹੜੀਆਂ ਖਬਰਾਂ ਆਈਆਂ ਲਹਿਰਾਗਾਗੇ ਅੱਗੇ ਤੋਂ ਆਈਆਂ, ਖੰਨੇ 'ਚ ਤਾਂ 1.5 ਲੱਖ ਕੁਇੰਟਲ ਝੋਨਾ ਪਹੁੰਚ ਚੁੱਕਿਆ ਹੈ। ਉੱਥੇ ਆੜ੍ਹਤੀ, ਕਿਸਾਨ ਮਜ਼ਦੂਰ ਮੁਜ਼ਾਹਰਾ ਵੀ ਕਰ ਰਹੇ ਨੇ ਐਨ ਮੌਕੇ ਤੇ ਮੁੱਖ ਮੰਤਰੀ ਸਾਡੇ ਚੰਨੀ ਸਾਹਿਬ ਕਹਿੰਦੇ ਹੁਣ ਗਏ ਹੋਏ ਨੇ, ਉਹ ਮੀਟਿੰਗ ਚੱਲ ਰਹੀ ਹੈ ਇਸ ਵੇਲੇ, ਤੇ ਉਹ ਕਹਿੰਦੇ ਇਹਦਾ ਮੁੱਦਾ ਵੀ ਚੱਕਣਗੇ। ਇਹ ਐਨ ਮੌਕੇ ਤੇ ਕਾਂਗਰਸ ਦਾ ਇੱਕ ਬਿਆਨ ਆਇਆ ਸੁਰਜੇਵਾਲਾ ਦਾ ਵੀ ਇੱਕ ਸਾਜ਼ਿਸ਼ ਹੈ MSP ਨੂੰ ਖਤਮ ਕਰਨ ਦਾ, ਪਹਿਲਾ ਕਦਮ ਇੱਕ ਸਾਹਮਣੇ ਇੱਕ ਆ ਗਿਆ। ਤੇ ਇਹ ਦੱਸਿਓ ਵੀ ਇਹਦੇ ਐਨ ਮੌਕੇ ਤੇ ਦੱਸਣ ਦੀ ਤਾਂ ਕੋਈ ਲੋੜ ਨਹੀਂ, ਮੌਸਮ ਦਾ ਕਈ ਦਿਨਾਂ ਦਾ ਖਰਾਬ ਚੱਲ ਹੀ ਰਿਹਾ, ਸੈਂਟਰ ਨੂੰ ਐਨ ਮੌਕੇ ਤੇ ਆ ਕੇ ਇਹ ਇਹੋ ਜਿਹਾ ਕਿਉਂ ਕਰਨਾ ਪਿਆ ਵੀ ਜਿਸ ਨਾਲ ਸਾਰੇ ਨਮੋਸ਼ੀ ਕਰਨੀ, ਵੀ ਕਿਸਾਨ ਪਰੇਸ਼ਾਨ, ਜਿਹੜਾ ਟਰਾਲੀਆਂ ਲੈ ਕੇ ਮੰਡੀ 'ਚ ਆ ਗਿਆ ਹੁਣ ਵਾਪਸ ਤਾਂ ਲਿਜਾ ਤੋਂ ਰਿਹਾ, ਤੇ ਉਹਨਾਂ ਦੇ ਖਰਚਾ ਪਰੇਸ਼ਾਨੀ 10 ਦਿਨ ਹੋ ਪਿਆ ਰਹੂਗਾ। ਦੇਖੋ, ਬਿਨਾਂ ਸ਼ੱਕ ਜਿਸ ਵੇਲੇ ਜਦੋਂ ਸਾਰੇ ਮੁਲਕ ਦਾ ਕਿਸਾਨ ਇੱਕ ਹਕੂਮਤ ਦੇ ਨਾਲ ਆਢਾ ਲਾਈ ਬੈਠਾ ਹੋਵੇ, ਸੰਘਰਸ਼ ਦੇ ਰਾਹ ਪਿਆ ਹੋਵੇ, ਉਦੋਂ ਇਹੋ ਜਿਹੇ ਫੈਸਲੇ ਆਉਂਦੇ ਨੇ ਤਾਂ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਂਦੇ ਨੇ ਵੀ ਕੀ ਸੰਘਰਸ਼ ਕਰ ਰਹੀ, ਆਪਣੀਆਂ ਹੱਕਾਂ ਲਈ ਲੜਾਈ ਲੜ ਰਹੀ ਧਿਰ ਨੂੰ ਕੋਈ ਸਬਕ ਸਿਖਾਉਣ ਲਈ ਇਹ ਫੈਸਲਾ ਤਾਂ ਨਹੀਂ ਲਿਆ ਗਿਆ। ਦੂਜਾ, ਅਸੀਂ ਦੇਖਦੇ ਹਾਂ ਵੀ ਭਾਰਤ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਰਾਤ ਨੂੰ, ਅੱਧੀ ਰਾਤ ਨੂੰ ਜਾਂ 8 ਵਜੇ 9 ਵਜੇ ਕਿਉਂ ਲੈਂਦੀ ਹੈ, ਚਾਹੇ ਉਹ ਨੋਟਬੰਦੀ ਦਾ ਫੈਸਲਾ ਹੋਵੇ, ਚਾਹੇ ਉਹ ਲੋਕਡਾਊਨ ਦਾ ਫੈਸਲਾ ਹੋਵੇ, ਤੇ ਚਾਹੇ ਝੋਨੇ ਦੀ ਖਰੀਦ ਦਾ ਹੋਵੇ। ਨਵੀਂ ਰਾਤ ਨੂੰ 8 ਵਜੇ ਪਤਾ ਲੱਗੀ ਵੀ ਵੱਧ ਆ ਗਈ, ਨੰਬਰ 1। ਨੰਬਰ 2 ਤੇ ਜਿਹੜਾ ਸਾਡਾ ਮੌਸਮ ਵਿਭਾਗ ਹੈ ਭਾਰਤ ਸਰਕਾਰ ਦਾ, ਉਹ ਪਿਛਲੇ 15-20 ਦਿਨਾਂ ਤੋਂ ਕਹਿ ਰਿਹਾ ਵੀ ਜਿਹੜੀ ਮੌਨਸੂਨ ਦਾ ਵਿਡਰੋਲ ਹੈ, ਮੌਨਸੂਨ ਦਾ ਵਾਪਸ ਜਾਣਾ ਹੈ, ਉਹ ਇਸ ਵਾਰ ਡਿਲੇ ਹੋ ਰਿਹਾ, ਲੇਟ ਹੋ ਰਿਹਾ ਹੈਗਾ। ਇਸ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਸੰਭਾਵਨਾ ਹੈ ਵੀ ਮੌਨਸੂਨ ਦੇ ਮਾੜੇ ਮੋਟੇ ਛਿੱਟੇ ਕਿਤੇ ਨਾ ਕਿਤੇ ਪੈਂਦੇ ਰਹਿਣਗੇ। ਜਦੋਂ ਮੌਨਸੂਨ ਵਿਭਾਗ ਤਾਂ ਪਹਿਲਾਂ ਹੀ ਤੁਹਾਨੂੰ ਅਲਰਟ ਕਰ ਰਿਹਾ। ਫਿਰ ਇੱਕ ਦਿਨ ਨੰਬਰ 2 ਤੇ ਜੇ 2 ਦਿਨ ਖਰੀਦ ਕਰਕੇ ਜਦੋਂ ਤੁਸੀਂ ਜਾ ਕੇ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਲੱਗੂ। ਦਿੱਲੀ ਬੈਠਿਆਂ ਨੂੰ ਤੁਹਾਨੂੰ ਕੀ ਪਤਾ ਲੱਗਿਆ, ਕਿਹੜੀ ਝੋਨੇ ਦੀ ਢੇਰੀ ਆ ਕੇ ਦੇਖ ਲਈ, ਕਿਹੜੇ ਐਕਸਪਰਟ ਨੇ ਦੇਖ ਲਈ, ਕਿਹੜੀ ਰਿਪੋਰਟ ਲੈ ਲਈ, ਕਿਹੜੀ ਲੈਬੋਰਟਰੀ 'ਚ ਗਿਆ ਸੀ। ਇਸ ਲਈ ਇਹ ਸਾਰੇ ਗੱਲਾਂ ਨੇ ਸ਼ੱਕ ਦੇ ਦਾਇਰੇ ਦੇ ਵਿੱਚ ਨੇ। ਜਾਂ ਤਾਂ ਤੁਸੀਂ 2 ਦਿਨ 3 ਦਿਨ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਜਾਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਖਰੀਦ ਕੀਤੀ ਹੁੰਦੀ, ਉਸ ਤੋਂ ਬਾਅਦ ਕੋਈ ਫੈਸਲਾ ਲਿਆ ਹੁੰਦਾ ਤਾਂ ਉਹ ਦੱਸ ਸਕਦੇ ਸੀ ਵੀ ਅਸੀਂ 2 ਲੱਖ ਟਨ 10 ਲੱਖ ਟਨ ਝੋਨਾ ਖਰੀਦਿਆ ਸੀ, ਉਹਦੇ 'ਚ ਨਮੀ ਵੱਧ ਆਈ ਹੈ, ਇਸ ਲਈ ਅਸੀਂ 4 ਦਿਨ ਲਈ ਇਹਨੂੰ ਪੋਸਟਪੋਨ ਕਰਦੇ ਹਾਂ। ਹੁਣ ਮੰਡੀਆਂ ਦੇ ਵਿੱਚ ਝੋਨਾ ਆ ਗਿਆ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜੇ ਵਪਾਰੀ ਨੇ ਉਹ MSP ਤੋਂ ਘੱਟ ਰੇਟ ਤੇ ਖਰੀਦਣਗੇ, ਕਿਸਾਨਾਂ ਦੀ ਸ਼ਰੇਆਮ ਲੁੱਟ ਹੋਊਗੀ। MSP ਇਸ ਵਾਰ ਭਾਰਤ ਸਰਕਾਰ ਨੇ 1940 ਰੁਪਏ ਪ੍ਰਤੀ ਕੁਇੰਟਲ ਐਲਾਨਿਆ। ਹਾਲਾਂਕਿ ਇਹ ਵੀ ਕਿਸਾਨਾਂ ਲਈ ਲਾਹੇਵੰਦ ਨਹੀਂ ਮੰਨਿਆ ਜਾਂਦਾ, ਕਿਉਂਕਿ ਜਿੰਨੀ ਇਨਪੁਟ ਕਾਸਟ ਹੈ, ਜਿਹੜੀ ਲਾਗਤ ਕੀਮਤ ਹੈ ਕਿਸੇ ਵੀ ਫਸਲ 'ਤੇ, ਚਾਹੇ ਉਹ ਕਣਕ ਹੈ, ਚਾਹੇ ਝੋਨਾ ਹੈ, ਚਾਹੇ ਨਰਮਾ ਹੈ, ਉਹ ਬਹੁਤ ਜ਼ਿਆਦਾ ਹੈ। ਅਸੀਂ ਪੈਸਟੀਸਾਈਡ ਦਾ ਭਾਅ ਦੇਖ ਲਈਏ, ਅਸੀਂ ਫਰਟੀਲਾਈਜ਼ਰ ਦਾ ਭਾਅ ਦੇਖ ਲਈਏ, ਅਸੀਂ ਡੀਜ਼ਲ ਦਾ ਦੇਖ ਲਈਏ, ਰੋਜ਼ ਵੱਧਦਾ ਹੈ, ਚਾਹੇ 20 ਪੈਸੇ ਵਧੇ 30 ਪੈਸੇ ਵਧੇ, ਰੋਜ਼ ਵਾਂਗੂ ਹੀ ਵੱਧਦਾ ਹੈਗਾ। ਜਦੋਂ ਇਨਪੁਟ ਕਾਸਟ ਵੱਧ ਰਹੀ ਹੈ, MSP ਫਿਰ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। ਉਸ ਵੇਲੇ ਜਦੋਂ ਇਹੋ ਜਿਹੇ ਫੈਸਲੇ ਆਉਂਦੇ ਨੇ ਵੀ 10 ਦਿਨ ਲਈ ਜਿਹੜੀ ਝੋਨੇ ਦੀ ਖਰੀਦ ਹੈ ਉਹ ਡਿਲੇ ਕੀਤੀ ਜਾਂਦੀ ਹੈ, ਇਹਦਾ ਮਤਲਬ ਇਹ ਹੈ ਵੀ ਕਿਸਾਨ ਜਿਹੜਾ ਵੀ ਝੋਨਾ ਮੰਡੀਆਂ ਦੇ ਵਿੱਚ ਲੈ ਆਏ, ਉਹ ਜੇ ਅੱਜ ਵਿਕਦਾ ਹੈ ਤਾਂ ਏਜੰਸੀਆਂ ਜਾਂ ਪ੍ਰਾਈਵੇਟ ਬੰਦਾ MSP 'ਤੇ ਖਰੀਦਣ ਲਈ ਪਾਬੰਦ ਨਹੀਂ। ਉਹ ਜਿਹੜਾ ਹੈ ਉਹ MSP ਤੋਂ ਘੱਟ ਕੇ ਵਿਕੂਗਾ, ਉਹਦਾ ਨੁਕਸਾਨ ਜਿਹੜਾ ਸਿੱਧੇ ਤੇ ਸਿੱਧਾ ਕਿਸਾਨ ਨੂੰ ਹੈ। ਮਾਝੇ ਦੀਆਂ ਮੰਡੀਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਝੋਨਾ ਆ ਜਾਂਦਾ ਹੈ। ਜਿਵੇਂ ਤੁਸੀਂ ਦੱਸਿਆ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਤਾਂ 1.5 ਲੱਖ ਕੁਇੰਟਲ ਦੇ ਕਰੀਬ ਝੋਨਾ ਜਿਹੜਾ ਉਹ ਆ ਚੁੱਕਾ ਹੈਗਾ। ਇਸੇ ਤਰ੍ਹਾਂ ਹੋਰਾਂ ਮੰਡੀਆਂ ਦੇ ਵਿੱਚ ਵੀ ਝੋਨੇ ਦੀ ਆਮਦ ਜਿਹੜੀ ਹੈ ਉਹ ਤੇਜ਼ੀ ਨਾਲ ਸ਼ੁਰੂ ਹੋ ਗਈ। ਜਿਉਂ-ਜਿਉਂ ਹੁਣ ਮੌਸਮ ਠੀਕ ਹੁੰਦਾ ਜਾ ਰਿਹਾ ਹੈ, ਤਿਉਂ-ਤਿਉਂ ਝੋਨੇ ਦੀ ਜਿਹੜੀ ਹੈ ਆਮਦ ਵਧੂਗੀ। 11 ਤਰੀਕ ਤੱਕ ਫਿਰ ਸਮੱਸਿਆ ਦੂਜੀ ਆਊਗੀ, ਜਦੋਂ ਇੱਕ ਪਾਸੇ ਖਰੀਦ ਨਹੀਂ ਹੋਣੀ ਤਾਂ ਮੰਡੀਆਂ ਦੇ ਵਿੱਚ ਝੋਨਾ ਜ਼ਿਆਦਾ ਹੋ ਜੂ ਅਤੇ ਝੋਨੇ ਰੱਖਣ ਨੂੰ 11 ਤਰੀਕ ਤੋਂ 12 ਤਰੀਕ ਤੋਂ ਬਾਅਦ ਜਿਹੜਾ ਝੋਨਾ ਆਊਗਾ ਉਹਨੂੰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ। ਇਸ ਲਈ ਭਾਰਤ ਸਰਕਾਰ ਨੂੰ ਇਸ ਫੈਸਲੇ ਬਾਰੇ ਮੁੜ ਤੋਂ ਗੌਰ ਕਰਨੀ ਚਾਹੀਦੀ ਹੈ। ਜੇ ਕੋਈ ਫੈਸਲਾ ਲੈਣਾ ਹੈ ਤਾਂ ਪੂਰੀ ਰਿਪੋਰਟ ਦੇ ਆਧਾਰ 'ਤੇ ਫੈਕਚੁਅਲ ਲੋਕਾਂ ਦੇ ਸਾਹਮਣੇ ਤੱਥ ਰੱਖ ਕੇ ਫੈਸਲਾ ਲੈਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਦੱਸਿਆ ਵੀ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਨ ਵੀ ਗਏ ਨੇ। ਪੰਜਾਬ ਸਰਕਾਰ ਵੱਲੋਂ ਕਿਹਾ ਇਹੀ ਗਿਆ ਹੈਗਾ ਵੀ ਜਿਸ ਤਰ੍ਹਾਂ
ਮੁੱਖ ਮੰਤਰੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰੀ ਪ੍ਰਧਾਨ ਮੰਤਰੀ ਨੂੰ ਇੱਕ ਰਵਾਇਤ ਮੁਤਾਬਕ ਮਿਲਣ ਗਏ ਨੇ, ਤਾਂ ਉਸ ਮਿਲਣੀ ਦੇ ਵਿੱਚ ਮੁੱਖ ਤੌਰ ਤੇ ਇਹ ਵੀ ਮੁੱਦਾ ਸ਼ੁਮਾਰ ਹੈ ਵੀ ਝੋਨੇ ਦੀ ਖਰੀਦ ਜਿਹੜੀ ਹੈ ਉਹ ਜਲਦੀ ਸ਼ੁਰੂ ਕੀਤੀ ਜਾਵੇ। ਹੁਣ 1 ਅਕਤੂਬਰ ਦਾ ਲੰਘ ਗਿਆ, ਇੱਕ ਨਹੀਂ 2 ਤੋਂ ਹੋ ਜਾਏ, 2 ਤੋਂ 3 ਤੋਂ ਹੋ ਜਾਏ, 4 ਤੋਂ ਹੋ ਜਾਏ, ਤਾਂ ਜੋ ਕਿਸਾਨਾਂ ਦੀ ਖੱਜਲ ਖੁਆਰੀ ਜਿਹੜੀ ਹੈ ਉਹ ਨਾ ਹੋਵੇ। ਤੇ ਇਹਦੇ ਨਾਲ ਕੇਂਦਰ ਤੇ ਜਿਹੜੇ ਸ਼ੱਕ ਹੈ ਉਹ ਵੀ ਥੋੜ੍ਹਾ ਜਿਹਾ ਦੂਰ ਹੋ ਸਕੇ ਵੀ। ਤੇ ਇੱਕ ਜਿਹੜਾ ਚਲੰਤ ਮਾਮਲੇ ਥੋੜ੍ਹਾ ਇੱਕ ਪਿੱਛੇ ਕਦਮ ਚੱਕੀਏ, ਕੱਲ੍ਹ ਨਾਰਾਜ਼ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਗੱਲਬਾਤ ਹੋਈ ਹੈ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹ 'ਚ ਹੋਇਆ ਗਿਆ ਸੀਗਾ। ਇਹਦੇ ਬਾਰੇ ਜਰਾ ਚਾਨਣਾ ਪਾਓ। ਦੇਖੋ, ਜਿਹੜਾ ਅਖਬਾਰਾਂ ਦੇ ਵਿੱਚ ਛਪਿਆ ਹੈ ਉਹਦੇ 'ਚ ਇਹੀ ਹੈ ਵੀ DGP ਦੀ ਨਿਯੁਕਤੀ ਲਈ ਪੈਨਲ ਜਿਹੜਾ ਉਹ DG ਰੈਂਕ ਦੇ 10 ਅਫਸਰਾਂ ਦਾ ਭੇਜਤਾ। UPSC ਜਿਹੜੀ ਆ ਉਹ 3 ਡਾਇਰੈਕਟਰ ਜਨਰਲ ਰੈਂਕ ਦੇ ਅਫਸਰਾਂ ਦਾ ਇਹਨਾਂ ਨੂੰ ਨਾਮ ਭੇਜੂਗੀ। ਉਹਨਾਂ ਤਿੰਨਾਂ ਦੇ ਵਿੱਚੋਂ ਇੱਕ DGP ਨਿਯੁਕਤ ਕਰ ਲਿਆ ਜਾਊਗਾ। ਅਦਰਵਾਈਜ਼ ਵੀ ਜਦੋਂ ਤੋਂ ਸੁਪਰੀਮ ਕੋਰਟ ਦਾ ਆਰਡਰ ਆਇਆ, ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨ ਆਈਆਂ ਨੇ ਵੀ UPSC ਹੀ ਪੈਨਲ ਸਿਲੈਕਟ ਕਰੂਗੀ, ਤਾਂ UPSC ਨੂੰ ਤਾਂ ਜਾਣਾ ਹੀ ਸੀ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਚਾਰਜ ਦਿੱਤਾ ਗਿਆ ਜਦੋਂ ਪੁਰਾਣੇ DGP ਦਿਨਕਰ ਗੁਪਤਾ ਛੁੱਟੀ 'ਤੇ ਚਲੇ ਗਏ ਸੀ। ਇਸ ਲਈ ਇਹ ਐਡਹੌਕ ਜਿਹੜਾ ਹੈ ਅਰੇਂਜਮੈਂਟ ਸੀ ਗੌਰਮੈਂਟ ਦਾ। ਨਵੇਂ DGP ਦੀ ਜਿਹੜੀ ਨਿਯੁਕਤੀ ਹੋਣੀ ਹੈ ਉਹਦੇ 'ਚ ਕੋਈ ਵੀ ਹੋਵੇ, ਚਾਹੇ ਇਕਬਾਲਪ੍ਰੀਤ ਸਹੋਤਾ ਹੋਵੇ ਜਾਂ ਕੋਈ ਹੋਰ ਹੋਵੇ, ਤਾਂ ਉਹ UPSC ਦੇ ਪੈਨਲ 'ਚੋਂ ਹੀ ਹੋਣੀ ਹੈ। ਇਸ ਲਈ ਇਸ ਕਿਸੇ ਦੀ ਮੈਨੂੰ ਨਹੀਂ ਲੱਗਦਾ ਵੀ ਜਿੱਤ ਹਾਰ ਹੈ। ਤਾਂ ਗੌਰਮੈਂਟ ਦਾ ਜਿਹੜਾ ਨਾਰਮਲ ਪ੍ਰੋਸੈਸ ਸੀ, ਹਾਂ ਉਹਦੇ 'ਚ ਇੱਕ ਜ਼ਰੂਰ ਹੋਇਆ ਵੀ ਨਵਜੋਤ ਸਿੱਧੂ ਨੇ ਇੱਕ ਦਿਨ ਪਹਿਲਾਂ ਜਿਹੜਾ ਵੀ ਅੱਜ ਹੀ ਭੇਜੋ ਰਾਤ ਨੂੰ ਪੈਨਲ ਭਿਜਵਾਤਾ। ਇੱਕ ਤਾਂ ਇਹ ਹੈ। ਦੂਜਾ, ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਸਭ ਤੋਂ ਵੱਡਾ ਇਤਰਾਜ਼ ਸੀ, ਉਹ ਹੋਣਾ ਵੀ ਚਾਹੀਦਾ ਸੀ। ਉਹਦੀ ਕ੍ਰਿਟਿਸਿਜ਼ਮ ਬਹੁਤ ਹੋਇਆ ਕਿਉਂਕਿ ਮੇਨ ਬਰਨਿੰਗ ਇਸ਼ੂ ਸਟੇਟ ਦੇ ਕੀ ਨੇ? ਕੋਟਕਪੂਰਾ ਗੋਲੀਕਾਂਡ, ਬਾਈਬਲ ਕਲਾਂ ਗੋਲੀਕਾਂਡ, ਬਰਗਾੜੀ ਦਾ ਬੇਅਦਬੀ ਕਾਂਡ ਅਤੇ ਸੁਮੇਧ ਸਿੰਘ ਸੈਣੀ ਨਾਲ ਚਰਚਿਤ ਜੁੜੇ ਹੋਏ ਮੁੱਦੇ। ਇਹਨਾਂ 'ਚੋਂ ਕਈ ਮੁੱਦਿਆਂ ਤੇ ਜਿਹੜੇ ਕੇਸ ਸੀ ਕਈ ਮਾਮਲਿਆਂ 'ਚ, ਇਨਕਲੂਡਿੰਗ ਸੁਮੇਧ ਸਿੰਘ ਸੈਣੀ, ਉਹਦੇ 'ਚ APS ਦਿਓਲ ਜਿਹੜੇ ਆ ਉਸ ਧਿਰ ਦੇ ਵਕੀਲ ਸੀ। ਇਹਦਾ ਮਤਲਬ ਸਰਕਾਰ ਦੇ ਖਿਲਾਫ ਪੇਸ਼ ਹੋਏ ਸੀ। ਤਾਂ ਇਹੋ ਜਿਹੇ ਜਿਹੜੇ ਆ ਫੈਸਲਿਆਂ ਤੋਂ ਸਰਕਾਰ ਨੂੰ ਟਲਣਾ ਚਾਹੀਦਾ ਸੀ, ਤਾਂ ਜੋ ਵਿਵਾਦਗ੍ਰਸਤ ਪਾਰਟੀ ਦੇ ਵਿੱਚ ਹੀ ਵਿਵਾਦ ਨਾ ਛਿੜੇ, ਪਾਰਟੀ ਤੋਂ ਬਾਹਰ ਲੋਕਾਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਨਾ ਹੋਣ। ਪਰ ਇਹਦੇ ਨਾਲ ਜਿਹੜਾ ਸਵਾਲ ਜੁੜਿਆ ਹੈ, APS ਦਿਓਲ ਵੀ ਬਰਕਰਾਰ ਹੈ। 3 ਮੈਂਬਰੀ ਕਮੇਟੀ ਜ਼ਰੂਰ ਬਣ ਗਈ, ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਜਿਹੜੇ ਜਨਰਲ ਸਕੱਤਰ ਇੰਚਾਰਜ ਹੋਣਗੇ, ਅਤੇ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਪ੍ਰਧਾਨ ਮੰਤਰੀ, ਇਹ 3 ਬੰਦਿਆਂ ਦੀ ਜਿਹੜੀ ਕਮੇਟੀ ਹੈ ਉਹ ਡਿਸਾਈਡ ਕਰੂਗੀ। ਪਰ ਮੈਨੂੰ ਇਹ ਲੱਗਦਾ ਹੈ ਵੀ ਹਜੇ ਤੱਕ ਕਿਸੇ ਦੀ ਨਾ ਜਿੱਤ ਹੈ ਨਾ ਹਾਰ ਹੈ, ਮਸਲੇ ਜਿਉਂਦੇ ਤਿਉਂ ਨੇ। ਤੇ ਜਿਹੜਾ ਸਿੱਧੂ ਉਹਨਾਂ ਨੇ ਅਸਤੀਫਾ ਦਿੱਤਾ ਇੱਕਦਮ ਹੀ, ਅਤੇ ਮਗਰੋਂ ਫਿਰ ਚੰਨੀ ਉਹਨਾਂ ਨਾਲ ਗੱਲਬਾਤ ਵੀ ਜੇ ਟਵਿੱਟਰ 'ਤੇ ਪਾਏ ਦਿੱਤਾ ਸੀਗਾ, ਫਿਰ ਤਾਂ ਉਹਨੂੰ ਚੰਨੀ ਨਾਲ ਮੀਟਿੰਗ ਦੀ ਕੋਈ ਤੁਕ ਬਣਦੀ ਨਹੀਂ। ਤੁਹਾਨੂੰ ਕੀ ਲੱਗਦਾ, ਜਾਣਾ ਚਾਹੀਦਾ ਸੀ ਉਹਨਾਂ ਨੂੰ? ਦੇਖੋ, ਬਿਨਾਂ ਸ਼ੱਕ ਜਿਹੜਾ ਤੁਸੀਂ ਸਵਾਲ ਪੁੱਛਿਆ ਬਹੁਤ ਰੈਲੇਵੈਂਟ ਅਤੇ ਵੈਲਿਡ ਸਵਾਲ ਹੈ। ਕਿਸੇ ਵੀ ਪਾਰਟੀ ਦਾ ਪ੍ਰਧਾਨ ਹੋਵੇ, ਉਹਦੇ 'ਤੇ ਹਰ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਪਾਰਟੀ ਦਾ ਕਾਇਦਾ ਕਾਨੂੰਨ ਲੱਗਦਾ ਹੈ। ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ 'ਤੇ ਵੀ ਇੱਕ ਅਨੁਸ਼ਾਸਨ ਹੁੰਦਾ, ਇੱਕ ਕੋਡ ਆਫ ਕੰਡਕਟ ਹੁੰਦਾ ਹੈ। ਪ੍ਰਧਾਨ ਨੂੰ ਜੇ ਅਸਤੀਫਾ ਦੇਣਾ ਸੀ ਜਾਂ ਕੋਈ ਨਾਰਾਜ਼ਗੀ ਸੀ, ਐਪਰੋਪਰੀਏਟ ਪਲੇਟਫਾਰਮ 'ਤੇ ਲਿਖਤੀ ਜਾਂ ਜ਼ੁਬਾਨੀ ਤੌਰ 'ਤੇ ਗੱਲ ਕਰਨੀ ਚਾਹੀਦੀ ਸੀ, ਨਾ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇੱਕ ਆਪਣੇ ਅਸਤੀਫੇ ਨੂੰ ਟਵਿੱਟਰ ਰਾਹੀਂ ਜਿਹੜਾ ਹੈ ਉਹ ਅਨਾਊਂਸ ਕਰ ਦੇਣਾ ਚਾਹੀਦਾ ਸੀ। ਟਵਿੱਟਰ ਰਾਹੀਂ ਅਨਾਊਂਸਮੈਂਟ ਦਾ ਮਤਲਬ ਹੈ ਵੀ ਮੈਂ ਫਿਰ ਪਿੱਛੇ ਨਹੀਂ ਮੁੜਨਾ, ਜਾਂ ਤਾਂ ਫਿਰ ਪਿੱਛੇ ਮੁੜਦੇ ਨਾ, ਤੁੱਕੇ ਚੱਟਣ ਦੀ ਲੋੜ ਕੀ ਸੀ? ਜਦੋਂ ਤੁਸੀਂ ਅਸਤੀਫਾ ਦੇਤਾ, ਮੁੱਦਿਆਂ ਦੇ ਆਧਾਰ 'ਤੇ ਅਸਤੀਫਾ ਦੇਤਾ, ਠੀਕ ਹੈ, ਮੁੱਦੇ ਫਿਰ ਅਗਲਾ ਪ੍ਰਧਾਨ ਦੇਖ ਲੂਗਾ ਜਿਹੜਾ ਆਊਗਾ। ਤੁਸੀਂ ਤਾਂ ਛੱਡਤਾ ਨਾ ਕੰਮ। ਜਦੋਂ ਅਸਤੀਫਾ ਵਾਪਸ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਇੰਟੈਗਰਿਟੀ, ਜਿਹੜੀ ਕ੍ਰੈਡੀਬਿਲਿਟੀ ਹੈ, ਉਹਦੇ 'ਤੇ ਕੁਐਸਚਨ ਮਾਰਕ ਹੋਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਵੀ ਮੁੱਦੇ ਆਉਣਗੇ, ਫਿਰ ਤੁਸੀਂ ਦੁਬਾਰਾ ਅਸਤੀਫਾ ਦਿਓਗੇ, ਫਿਰ ਚਲੋ ਅਸਤੀਫਾ ਵਾਪਸ ਲੈ ਲਓ, ਤੀਜੀ ਵਾਰੀ ਫਿਰ ਮੁੱਦਾ ਆ ਜਾਊ, ਫਿਰ ਕੀ ਤੁਸੀਂ ਦੁਬਾਰਾ ਅਸਤੀਫਾ ਦਿਓਗੇ, ਤੀਜੀ ਵਾਰੀ ਦਿਓਗੇ? ਇਸ ਲਈ ਉਹੋ ਜਿਹੇ ਹਰ ਫੈਸਲੇ ਤੋਂ ਅਵੋਇਡ ਕਰਨਾ ਚਾਹੀਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਸ਼ੰਕੇ ਪੈਦਾ ਖੜੇ ਕਰੇ ਅਤੇ ਤੁਹਾਡੇ ਕਿਰਦਾਰ ਨੂੰ ਜਿਹੜਾ ਹੈ ਉਹ ਛੋਟਾ ਕਰੇ। ਹੁਣ ਇਹਦੇ ਨਾਲ ਜੁੜਾ ਇੱਕ ਹੋਰ ਸਵਾਲ ਹੈ, ਹਾਈ ਕਮਾਂਡ ਜਿਹੜੇ ਹੈ, ਮੈਂ ਇਹ ਜੋ ਸਾਡੇ ਸੋਰਸਿਸ ਦੱਸਦੇ ਨੇ ਵੀ ਪ੍ਰਿੰਕਾ ਗਾਂਧੀ ਵਾਰ-ਵਾਰ ਫੋਨ ਕਰਦੇ ਰਹੇ ਵੀ ਸਾਨੂੰ ਇਹ ਤਾਂ ਦੱਸ ਦਿਓ ਜਿਹੜਾ ਸੋਸ਼ਲ ਮੀਡੀਆ 'ਤੇ ਅਸਤੀਫਾ ਤੁਰਿਆ ਫਿਰਦਾ ਉਹ ਅਸਲੀ ਹੈ ਕਿ ਨਕਲੀ ਹੈ। ਪ੍ਰਧਾਨ ਜੀ ਉਹਦੇ ਨਾਲ ਵੀ ਨਹੀਂ ਗੱਲ ਕਰ ਰਹੇ। ਇਸ ਲਈ ਇਹਨਾਂ ਗੱਲਾਂ ਨੂੰ ਜਿਹੜਾ ਹੈ ਜ਼ਿੰਮੇਵਾਰੀ ਵਾਲੇ ਅਹੁਦਿਆਂ 'ਤੇ ਬੈਠਾ, ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਕਿਸੇ ਪਾਰਟੀ ਦਾ ਪ੍ਰਧਾਨ ਹੈ, ਚਾਹੇ ਮੰਤਰੀ ਹੈ, ਚਾਹੇ ਜ਼ਿਲ੍ਹਾ ਪ੍ਰਧਾਨ ਹੈ, ਕਿਸੇ ਵੀ ਪਾਰਟੀ ਦਾ ਇਹੋ ਜਿਹੇ ਜਿਹੜੇ ਹੈ ਕੰਮਾਂ ਤੋਂ ਜਿਹੜਾ ਉਹ ਬਚਣਾ ਚਾਹੀਦਾ, ਅਵੋਇਡ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਦੋਸਤੋ। ਅੱਜ ਅਸੀਂ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ, ਸੋ ਸਭ ਤੋਂ ਅਹਿਮ ਹੈ ਵੀ ਝੋਨੇ ਦੀ ਖਰੀਦ ਦਾ, ਅਤੇ ਇਹੀ ਆਸ ਰੱਖਾਂਗੇ ਵੀ ਸਰਕਾਰ ਤੁਰੰਤ ਇਸ ਨੂੰ
ਖਰੀਦ ਨੂੰ ਸ਼ੁਰੂ ਕਰੇ ਅਤੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੇ ਉਹ ਖਤਮ ਹੋਣ ਤਾਂ ਕਿ। ਬਹੁਤ ਬਹੁਤ ਧੰਨਵਾਦ।